ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਨਿਤਨੇਮ ਦੀ ਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਸਰਵਣ ਕੀਤੇ ਹਨ। ਆਓ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਜੇ ਹੋ ਸਕੇ ਤਾਂ ਮਨ ਹੀ ਮਨ ਗੁਰੂ ਚਰਨਾਂ ਵਿੱਚ ਬਿਨੈ ਕਰੀਏ। ਸਤਿਗੁਰੂ ਸਾਡੇ ਤੇ ਦਇਆ ਕਰਨ, ਸਾਡਾ ਮਨ ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਝੇ ਤੇ ਅਸੀਂ ਇਸ ਵਿਚਾਰ ਨੂੰ ਜੀਵਨ ਵਿੱਚ ਅਪਣਾ ਸਕੀਏ। ਅੱਜ ਜੋ ਆਪਾਂ ਵਿਚਾਰ ਸਾਂਝੀ ਕਰਨੀ ਹੈ, ਸੁਖਮਨੀ ਸਾਹਿਬ ਜੀ ਦੀ 23ਵੀਂ ਅਸ਼ਟਪਦੀ, ਉਸ ਦਾ 5ਵਾਂ ਬੰਦ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 294 ਤੇ ਦਰਜ ਹੈ। ਇਸ ਅੰਮ੍ਰਿਤ ਬਾਣੀ ਦਾ ਜੋ ਸ਼ਲੋਕ ਆਪਾਂ ਸਮਝ ਚੁੱਕੇ ਹਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ ਤੇ ਗੁਰੂ ਦਾ ਮਿਲਾਪ ਹਾਸਲ ਹੋਣ ਨਾਲ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਜਦੋਂ ਸਾਨੂੰ ਗਿਆਨ ਮਿਲਦਾ ਹੈ ਤੇ ਉਦੋਂ ਅਗਿਆਨਤਾ ਬਿਨਸ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਹਾਸਲ ਹੋ ਜਾਏ, ਉਸ ਦੇ ਸੰਬੰਧ ਵਿੱਚ ਫਿਰ ਸਤਿਗੁਰੂ ਜੀ ਇਸ ਪੂਰੀ ਅਸ਼ਟਪਦੀ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਉਸ ਮਨੁੱਖ ਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਏ, ਉਹ ਕਿਸ ਤਰ੍ਹਾਂ ਹਰ ਜੀਵ ਵਿੱਚੋਂ ਪਰਮਾਤਮਾ ਦਾ ਦੀਦਾਰ ਕਰਦਾ ਹੈ, ਉਹ ਕਿਵੇਂ ਪਰਮਾਤਮਾ ਨੂੰ ਸਰਬ ਥਾਵਾਂ ਤੇ ਰਮਿਆ ਹੋਇਆ ਮਹਿਸੂਸ ਕਰਦਾ ਹੈ ਜਾਂ ਸਮਝਦਾ ਹੈ। ਸੋ ਆਓ ਅਸੀਂ ਅੱਜ ਦਾ ਬੰਦ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਵਿੱਚ ਸਤਿਗੁਰੂ ਜੀ ਨੇ ਮੁੱਢਲੀਆਂ ਪੰਕਤੀਆਂ ਵਿੱਚ ਇਹ ਬਚਨ ਆਖੇ ਨੇ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਪਰਮਾਤਮਾ ਸਤ ਸਵਰੂਪ ਹੈ। ਔਰ ਪ੍ਰੋਫੈਸਰ ਸਾਹਿਬ ਸਿੰਘ ਸਤ ਦੇ ਅਰਥ ਕਰਦੇ ਹੁੰਦੇ ਨੇ ਸਦੀਵੀ ਹੋਂਦ ਵਾਲਾ। ਸਾਡੀ ਹੋਂਦ ਜਾਂ ਇਹ ਬ੍ਰਹਿਮੰਡੀ ਹੋਂਦ ਕਦੀ ਹੁੰਦੀ ਏ, ਕਦੀ ਨਹੀਂ ਹੁੰਦੀ। ਇਸ ਦੀ ਹੋਂਦ ਹੋਵੇ, ਪਰਮਾਤਮਾ ਦੀ ਹੋਂਦ ਤਾਂ ਵੀ ਰਹਿੰਦੀ ਏ। ਇਹ ਬ੍ਰਹਿਮੰਡੀ ਰਚਨਾ ਦੀ ਹੋਂਦ ਨਾ ਹੋਵੇ, ਪਰਮਾਤਮਾ ਦੀ ਹੋਂਦ ਫਿਰ ਵੀ ਬਰਕਰਾਰ ਰਹਿੰਦੀ ਏ। ਇਸ ਬਰਕਰਾਰੀ ਨੂੰ ਸਦੀਵੀ ਹੋਂਦ ਵਾਲਾ ਆਖਿਆ ਜਾਂਦਾ ਹੈ। ਪਰਮਾਤਮਾ ਆਪ ਸਤ ਹੈ, ਜਿਸ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਉਸ ਦੀਵੀ ਹੋਂਦ ਵਾਲਾ ਹੈ ਜਿਸ ਨੇ ਆਪਣੇ ਆਪ ਦੀ ਆਪ ਹੀ ਸਿਰਜਣਾ ਕੀਤੀ ਹੈ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਮੂਲ ਮੰਤਰ ਦਾ ਦਰਸ਼ਨ ਕਰਦੇ ਹਾਂ, ਉੱਥੇ ਇੱਕ ਬਚਨ ਹੈ ਸੈ ਭੰਗ, ਜੋ
ਸੰਸਕ੍ਰਿਤ ਦੇ ਸਵੈਮ ਭੂ ਸ਼ਬਦ ਤੋਂ ਆਇਆ ਹੋਇਆ ਹੈ, ਜਿਸ ਦਾ ਮਤਲਬ ਬਣਦਾ ਹੈ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ। ਜਪਜੀ ਸਾਹਿਬ ਵਿੱਚ ਉਸੇ ਹੀ ਸ਼ਖਸੀਅਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਜੋ ਪ੍ਰਮਾਤਮਾ ਹੈ, ਉਹ ਆਪਣੇ ਆਪ ਤੋਂ ਹੈ। ਉਸ ਨੂੰ ਕਦੀ ਸਥਾਪਿਤ ਨਹੀਂ ਕੀਤਾ ਜਾ ਸਕਦਾ ਕਿਸੇ ਰੂਪ ਵਿੱਚ, ਤੇ ਉਸ ਨੂੰ ਕਦੀ ਪੈਦਾ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਆਪ ਤੋਂ ਹੈ, ਜੋ ਵੀ ਹੈ। ਸੋ ਉਸ ਮਾਲਕ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਕੀਆ ਸਭ ਸਤ। ਜੋ ਉਸ ਨੇ ਪੈਦਾ ਕੀਤਾ, ਇਹ ਬ੍ਰਹਿਮੰਡੀ ਰਚਨਾ ਬਣਾਈ। ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਵਿੱਚ ਦੋਈ ਕੁਦਰਤ ਸਾਜੀ ਹੈ, ਕੀਆ ਸਭ ਸਤ। ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਕੁਦਰਤ ਨੂੰ ਬਣਾ ਕੇ ਵਾਹਿਗੁਰੂ ਜੀ ਕੁਦਰਤ ਤੋਂ ਪਰੇ ਨਾ ਚਲੇ ਗਏ, ਸਗੋਂ ਉਸ ਕੁਦਰਤ ਵਿੱਚ ਆਪਣੇ ਆਪ ਨੂੰ ਆਸਣ ਲਗਾ ਕੇ ਬੈਠਾ ਹੋਇਆ ਪਾਇਆ। ਭਾਵ ਕੁਦਰਤ ਤੋਂ ਵੱਖਰੇ ਨਹੀਂ, ਪਰਮਾਤਮਾ ਇਸ ਪੂਰੀ ਕਾਇਨਾਤ ਦੇ ਵਿੱਚ। ਤੇ ਜੇ ਇਹ ਗੱਲ ਸੱਚੀ ਹੈ ਕਿ ਪਰਮਾਤਮਾ ਸਮੁੱਚੀ ਕਾਇਨਾਤ ਵਿੱਚ ਹੈ, ਫਿਰ ਉਹ ਆਪਣੇ ਵਿੱਚ ਵੀ ਹੈ, ਫਿਰ ਉਹ ਸਭਨਾਂ ਵਿੱਚ ਵੀ ਹੈ। ਜਿਸ ਦਿਨ ਸਾਨੂੰ ਇਹ ਗੱਲ ਸਮਝ ਆ ਜਾਏ ਕਿ ਪਰਮਾਤਮਾ ਮੇਰੇ ਵਿੱਚ ਵੀ ਹੈ ਤੇ ਪਰਮਾਤਮਾ ਮੇਰੇ ਸਾਹਮਣੇ ਜਿਹੜੇ ਜੀ ਬੈਠੇ ਨੇ ਉਹਨਾਂ ਵਿੱਚ ਵੀ ਹੈ, ਤੇ ਫਿਰ ਦਵੈਸ਼ ਖਤਮ ਹੋ ਜਾਂਦੀ ਹੈ। ਦੋਈ ਨਹੀਂ ਰਹਿੰਦੀ, ਫਿਰ ਦੁਬਿਧਾ ਨਹੀਂ ਰਹਿੰਦੀ। ਫਿਰ ਸਿਰਫ ਇੱਕ ਹੀ ਹਰ ਥਾਂ ਤੇ ਨਜ਼ਰ ਆਉਂਦਾ ਹੈ। ਜਦੋਂ ਉਹ ਇੱਕ ਨਜ਼ਰ ਆਉਣ ਲੱਗ ਪਏ, ਉਦੋਂ ਫਿਰ ਦੁਸ਼ਮਣਤਾਈ ਤੇ ਸੱਜਣਤਾਈ ਦਾ ਭੇਦ ਮਿਟ ਜਾਂਦਾ ਹੈ। ਆਪ ਸਤ, ਕੀਆ ਸਭ ਸਤ। ਵੈਸੇ ਗੁਰਬਾਣੀ ਵਿੱਚ ਸਤਿਗੁਰੂ ਜੀ ਜਦੋਂ ਇਸ ਦਾ ਦੂਸਰਾ ਪਹਿਲੂ ਲੈਂਦੇ ਨੇ ਤੇ ਉਦੋਂ ਇਹ ਬਚਨ ਕਰਦੇ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਜੋ ਕੁਝ ਸਾਨੂੰ ਨਜ਼ਰ ਆਉਂਦਾ ਹੈ ਇਹ ਸਦਾ ਰਹਿਣ ਵਾਲਾ ਨਹੀਂ, ਪਰ ਇੱਥੇ ਹੈ ਕੀਆ ਸਭ ਸਤ। ਜੋ ਕੁਝ ਮਾਲਕ ਨੇ ਬਣਾਇਆ ਉਹ ਸੱਚ ਹੈ, ਉਸ ਦੀ ਵੀ ਹੈ। ਇਸ ਦੀ ਵੀ ਕਿਉਂ ਹੈ ਤੇ ਉੱਥੇ ਸਭ ਕੁਝ ਕੂੜ ਜਾਂ ਬਿਨਸਨਹਾਰ ਕਿਉਂ ਹੈ? ਇਸ ਗੱਲ ਨੂੰ ਥੋੜਾ ਜਿਹਾ ਸਮਝ ਕੇ ਫਿਰ ਆਪਾਂ ਅਗਲੀ ਵਿਚਾਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਭ ਕੁਝ ਕੂੜਾ ਜਾਂ ਨਾਸ਼ਵੰਤ ਇਸ ਲਈ ਹੈ ਕਿ ਇਸ ਸਭ ਕੁਝ ਦੀ ਕੋਈ ਹੱਦ ਹੈ, ਇਸ ਦੀ ਕੋਈ ਉਮਰ ਹੈ, ਇਸ ਦਾ ਕੋਈ ਟਾਈਮ ਹੈ ਜਿੰਨਾ ਚਿਰ ਇਸ ਨੇ ਰਹਿਣਾ ਹੈ। ਪਰ ਇਹ ਪੈਦਾ ਕਿੱਥੋਂ ਹੋਇਆ ਹੈ? ਉਸ ਇੱਕ ਤੋਂ, ਅਕਾਲ ਪੁਰਖ ਤੋਂ, ਜਿਹੜਾ ਸਦੀਵੀ ਹੋਂਦ ਵਾਲਾ ਹੈ। ਇਹ ਵਾਪਸ ਸਮਾ ਕਿੱਥੇ ਜਾਂਦਾ ਹੈ? ਉਸੇ ਇੱਕ ਵਿੱਚ ਜਿਹੜਾ ਸਦਾ ਰਹਿਣ ਵਾਲਾ ਹੈ। ਇਸ ਲਈ ਇਸ ਬਿਨਾਂ ਤੇ ਕਿ ਇਹ ਜਦੋਂ ਬਣਦੀ ਹੈ ਸਾਰੀ ਬ੍ਰਹਿਮੰਡੀ ਰਚਨਾ, ਹੋਂਦ ਵਿੱਚ ਆਉਂਦੀ ਹੈ, ਇਹ ਉਸ ਸੱਤ ਤੋਂ ਪੈਦਾ ਹੁੰਦੀ ਹੈ, ਇਸ ਲਈ ਇਹ ਸੱਤ ਹੈ। ਜਦੋਂ ਇਹ ਬਿਨਸਦੀ ਹੈ ਉਦੋਂ ਇਹ ਸੱਚ ਵਿੱਚ ਸਮਾ ਜਾਂਦੀ ਹੈ, ਇਸ ਲਈ ਇਹ ਸੱਤ ਹੈ। ਕੂੜ ਇਸ ਲਈ ਹੈ ਕਿ ਇਹ ਸਦੀਵੀ ਨਹੀਂ ਹੈ, ਇਹ ਕਦੀ ਬਣ ਜਾਂਦੀ ਹੈ ਤੇ ਕਦੀ ਬਿਨਸ ਜਾਂਦੀ ਹੈ, ਪਰ ਬਣਦੀ ਵੀ ਉਸ ਸੱਤ ਤੋਂ ਹੈ ਤੇ ਬਿਨਸਦੀ ਵੀ ਉਸ ਸੱਚ ਵਿੱਚ ਹੈ। ਬਸ ਇੰਨੀ ਕੀ ਗੱਲ ਕਾਫੀ ਹੈ ਜੇ ਆਪਾਂ ਨੂੰ ਸਮਝ ਵਿੱਚ ਆ ਜਾਏ। ਤਿਸ ਪ੍ਰਭ ਤੇ ਸਗਲੀ ਉਤਪਤ, ਜਿੰਨੀ ਉਤਪਤੀ ਹੋਈ ਹੈ, ਚਾਹੇ ਉਹ ਕਰੋੜਾਂ ਬ੍ਰਹਿਮੰਡ ਨੇ ਤੇ ਚਾਹੇ ਉਹਨਾਂ ਕਰੋੜਾਂ ਬ੍ਰਹਿਮੰਡਾਂ ਵਿੱਚ ਅਣਗਿਣਤ ਜੀਵ ਜੰਤੂ ਨੇ, ਇਹ ਸਾਰੀ ਉਤਪਤੀ ਉਸ ਇੱਕ ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਹੋਈ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਬਚਨ ਆਖੇ, ਓਪਤ ਪਰਲੋ ਸ਼ਬਦੇ ਹੋਵੇ,
ਸ਼ਬਦੇ ਹੀ ਫਿਰ ਓਪਤ ਹੋਵੇ। ਇਸ ਗੱਲ ਨੂੰ ਜੇ ਸਮਝ ਨਾ ਹੋਵੇ ਤੇ ਸੁਖਮਨੀ ਸਾਹਿਬ ਦੀ ਬਾਣੀ ਦੀ ਲਾਈਨ ਪੜ੍ਹੀਏ ਤੇ ਸੌਖਾ ਸਮਝ ਵਿੱਚ ਆ ਜਾਏਗਾ। ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਉਸ ਮਾਲਕ ਨੇ ਬਹੁਤ ਵਾਰੀ ਪਸਾਰੇ ਨੂੰ ਪਸਾਰਿਆ ਤੇ ਬਹੁਤ ਵਾਰੀ ਇਸ ਪਸਾਰੇ ਨੂੰ ਢਾਹ ਦਿੱਤਾ, ਪਰ ਉਹ ਇੱਕ ਹਮੇਸ਼ਾ ਤੇ ਸਦੀਵੀ ਏ, ਉਹ ਸਦਾ ਰਹਿੰਦਾ ਹੈ। ਉਸ ਨੂੰ ਗੁਰੂ ਸਾਹਿਬ ਨੇ ਇੱਥੇ ਸ਼ਬਦ ਆਖਿਆ, ਓਪਤ ਪਰਲੋ। ਓਪਤ ਦਾ ਮਤਲਬ ਹੈ ਪੈਦਾ ਹੋਣਾ, ਪਰਲੋ ਦਾ ਮਤਲਬ ਹੈ ਖਤਮ ਹੋਣਾ। ਓਪਤ ਪਰਲੋ ਸ਼ਬਦੇ ਹੋਵੇ। ਸ਼ਬਦ ਕੀ ਏ? ਪਰਮਾਤਮਾ ਆਪ। ਸਾਨੂੰ ਗੁਰੂ ਸਾਹਿਬਾਨ ਨੇ ਦਇਆ ਕਰਕੇ ਸ਼ਬਦ ਗੁਰੂ ਬਖਸ਼ਿਆ। ਸ਼ਬਦ ਕੀ ਏ? ਪਰਮਾਤਮਾ ਆਪ। ਤੇ ਸਾਡਾ ਗੁਰੂ ਫਿਰ ਕੌਣ ਹੋਇਆ? ਪਰਮਾਤਮਾ ਆਪ। ਪਰਮਾਤਮਾ ਕਦੀ ਬਿਨਸਦਾ ਨਹੀਂ, ਕਦੀ ਨਵੇਂ ਸਿਰਿਓਂ ਪੈਦਾ ਨਹੀਂ ਹੁੰਦਾ। ਇਸ ਲਈ ਗੁਰੂ ਨੇ ਰਹਿਮਤ ਕਰਕੇ ਸਾਨੂੰ ਉਹ ਗੁਰੂ ਦੇ ਦਿੱਤਾ ਜਿਹੜਾ ਕਦੀ ਬਿਨਸੇਗਾ ਨਹੀਂ ਤੇ ਜਿਹੜਾ ਕਦੀ ਨਵੇਂ ਸਿਰੇ ਤੋਂ ਪੈਦਾ ਨਹੀਂ ਹੋਏਗਾ। ਇਸ ਲਈ ਮੈਨੂੰ ਇਉਂ ਲੱਗਦਾ ਰਹਿੰਦਾ ਕਿ ਅਸੀਂ ਕਿੰਨੇ ਭਾਗਾਂ ਵਾਲੇ ਹਾਂ। ਕਈ ਲੋਕ ਇਸ ਦੁਨੀਆ ਦੇ ਅੰਦਰ ਕਿਸੇ ਮਨੁੱਖ ਦੇਹਧਾਰੀ ਨੂੰ ਗੁਰੂ ਬਣਾਉਂਦੇ ਨੇ। ਆਪਾਂ ਨੂੰ ਕੋਈ ਇਤਰਾਜ਼ ਨਹੀਂ, ਬੜੀ ਖੁਸ਼ੀ ਦੀ ਗੱਲ ਹੈ। ਜਿੱਥੋਂ ਕਿਸੇ ਨੂੰ ਗਿਆਨ ਮਿਲੇ ਉਹਦੇ ਕੋਲ ਜਾਣਾ ਚਾਹੀਦਾ। ਪਰ ਸੋਚਣ ਵਾਲੀ ਤੇ ਸਮਝਣ ਵਾਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਆਖਰ ਉਸ ਬੰਦੇ ਨੇ ਕਦੀ ਬਿਨਸ ਜਾਣਾ ਹੈ, ਉਹ ਸਦੀਵੀ ਨਹੀਂ ਹੈ। ਤੇ ਜੇ ਆਪਣੀ ਜ਼ਿੰਦਗੀ ਵਿੱਚ ਜਿਹੜਾ ਬੰਦਾ ਗੁਰੂ ਹੋਵੇ ਉਹ ਸਰੀਰ ਤਿਆਗ ਜਾਵੇ ਤੇ ਫਿਰ ਸਾਨੂੰ ਉਹਦੀ ਜਗ੍ਹਾ ਕੋਈ ਹੋਰ ਗੁਰੂ ਲੱਭਣਾ ਹੋਵੇਗਾ ਜਾਂ ਲੱਭਣਾ ਪਵੇਗਾ। ਜਿਵੇਂ 10 ਗੁਰੂ ਸਾਹਿਬਾਨ ਦੇ ਵਕਤ ਹੁੰਦਾ ਰਿਹਾ, ਜਿਵੇਂ 8ਵੇਂ ਪਾਤਸ਼ਾਹ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ, 9ਵੇਂ ਪਾਤਸ਼ਾਹ ਕਿੱਥੇ ਹਨ? ਸਿਰਫ ਇੰਨਾ ਦੱਸ ਗਏ ਸਨ, ਬਾਬਾ ਬਕਾਲੇ। ਹੁਣ ਸੰਗਤਾਂ ਲੱਭਦੀਆਂ ਫਿਰਦੀਆਂ ਨੇ ਬਾਬਾ ਕਿਹੜਾ ਹੈ ਤੇ ਬਕਾਲਾ ਕਿਹੜਾ ਹੈ। ਉੱਥੇ 22 ਗੁਰੂ ਬਣ ਕੇ ਬੈਠ ਗਏ। ਗੁਰੂ ਲੱਭਣਾ ਔਖਾ ਹੋ ਗਿਆ ਕਿਉਂਕਿ ਸਰੀਰ ਸੀ। ਪਰ ਧੰਨ ਸਤਿਗੁਰੂ ਗੁਰੂ ਕਲਗੀਆਂ ਵਾਲੇ ਨੇ ਉਹ ਭਿੰਨ ਭੇਦ ਹੀ ਖਤਮ ਕਰ ਦਿੱਤਾ। ਉਹ ਸਾਡੀ ਔਕੜ ਹੀ ਮੁਕਾ ਦਿੱਤੀ ਕਿ ਸਾਨੂੰ ਹਮੇਸ਼ਾ ਸਦੀਵੀ ਸ਼ਬਦ ਗੁਰੂ ਦੇ ਲੜ ਲਗਾ ਦਿੱਤਾ ਕਿ ਹੁਣ ਇਹ ਤੁਹਾਡਾ ਸ਼ਬਦ ਗੁਰੂ ਨਾ ਕਦੀ ਬਿਨਸੇਗਾ ਤੇ ਨਾ ਕਦੀ ਦੁਬਾਰਾ ਪੈਦਾ ਹੋਏਗਾ। ਇਸ ਲਈ ਨਾ ਤੁਹਾਨੂੰ ਹੁਣ ਦੁਬਾਰਾ ਗੁਰੂ ਲੱਭਣ ਦੀ ਲੋੜ ਪਵੇਗੀ ਤੇ ਨਾ ਤੁਹਾਡਾ ਗੁਰੂ ਗਵਾਚੇਗਾ। ਕਿੰਨੇ ਭਾਗਾਂ ਵਾਲੇ ਹਾਂ ਅਸੀਂ ਕਿ ਸਾਨੂੰ ਸ਼ਬਦ ਦੇ ਦਿੱਤਾ। ਗੁਰੂ ਸਾਹਿਬ ਗੁਰਬਾਣੀ ਵਿੱਚ ਫਰਮਾ ਰਹੇ ਨੇ ਕਿ ਉਤਪਤ ਪਰਲੋ ਸ਼ਬਦੇ ਹੋਵੇ। ਸ਼ਬਦ ਤੋਂ ਹੀ ਇਹ ਸਾਰੀ ਉਤਪਤੀ ਹੁੰਦੀ ਹੈ ਤੇ ਸ਼ਬਦ ਤੋਂ ਹੀ ਇਸ ਸਾਰੀ ਉਤਪਤੀ ਦਾ ਵਿਨਾਸ਼ ਹੁੰਦਾ ਹੈ। ਸੋ ਅਸੀਂ ਉਸ ਸ਼ਬਦ ਨਾਲ ਜੁੜਨਾ ਹੈ ਜਿਸ ਤੋਂ ਇਹ ਸਭ ਕੁਝ ਪੈਦਾ ਹੋਇਆ ਤੇ ਜਿਸ ਦੀ ਰਜ਼ਾ ਵਿੱਚ ਇਹ ਸਭ ਕੁਝ ਕਦੀ ਖਤਮ ਹੋ ਜਾਂਦਾ ਹੈ। ਉਸ ਸ਼ਬਦ ਵਿੱਚ ਜੁੜਨਾ ਹੈ, ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜਨਾ ਹੈ। ਇਹ ਗੁਰੂ ਸਾਹਿਬ ਦੀ ਸਾਨੂੰ ਹਿਦਾਇਤ ਹੈ। ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ। ਇਹ ਜਿਹੜਾ ਵਿਸਥਾਰ ਹੈ ਨਾ ਬ੍ਰਹਿਮੰਡੀ ਰਚਨਾ ਵਾਲਾ, ਇਹ ਮਾਲਕ ਕਦੋਂ ਕਰਦਾ ਹੈ? ਗੁਰਬਾਣੀ ਵਿੱਚ ਆਖਿਆ ਗਿਆ, ਪੁੱਛ ਨਾ ਸਾਜੇ, ਪੁੱਛ ਨਾ ਢਾਏ, ਪੁੱਛ ਨਾ ਦੇਵੈ ਲੈ। ਉਹ ਕਿਸੇ ਨਾਲ ਨਾ ਸਲਾਹ ਕਰਦਾ ਹੈ ਕਿ ਮੈਂ ਹੁਣ ਇਹ ਰਚਨਾ ਨੂੰ ਰਚਣ ਲੱਗਾ, ਨਾ ਕਿਸੇ ਤੋਂ ਸਲਾਹ ਲੈਂਦਾ ਹੈ ਕਿ ਹੁਣ ਮੈਂ ਇਹਨੂੰ ਢਾ ਦਿਆਂ ਕਿ ਨਾ ਢਾ ਦਿਆਂ, ਇਹਨੂੰ ਖਤਮ ਕਰਾਂ ਕਿ ਨਾ ਕਰਾਂ। ਉਹ ਆਪਣੀ ਮਰਜ਼ੀ ਦਾ ਮਾਲਕ ਆਪ ਹੈ। ਕਿਸੇ ਦੀ ਸਲਾਹ ਨਾ ਲੈਂਦਾ, ਨਾ ਕਿਸੇ ਤੋਂ ਪੁੱਛਦਾ ਹੈ। ਤਿਸ ਭਾਵੇ ਤਾਂ ਕਰੇ ਵਿਸਥਾਰ। ਜਦੋਂ ਉਹਨੂੰ ਚੰਗਾ ਲੱਗਦਾ ਹੈ ਉਦੋਂ ਇਸ ਵਿਸਥਾਰ ਨੂੰ, ਇਸ ਪਸਾਰੇ ਨੂੰ ਉਹ ਪਸਾਰ ਦਿੰਦਾ ਹੈ। 5ਵੇਂ ਪਾਤਸ਼ਾਹ ਦਾ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 387 ਤੇ ਦਰਜ ਹੈ, ਆਪੇ ਸੂਰ ਕਿਰਨ ਵਿਸਥਾਰ। ਸੂਰ ਦਾ ਅਰਥ ਹੈ ਸੂਰਜ, ਕਿਰਨਾਂ ਆਪਾਂ ਸਮਝਦੇ ਹਾਂ।
ਜਿਵੇਂ ਸੂਰਜ ਤੋਂ ਕਿਰਨਾਂ ਪੈਦਾ ਹੁੰਦੀਆਂ ਨੇ ਤੇ ਪੂਰੇ ਬ੍ਰਹਿਮੰਡ ਵਿੱਚ ਪਸਰ ਜਾਂਦੀਆਂ ਨੇ, ਇਸੇ ਤਰ੍ਹਾਂ ਇਹ ਬ੍ਰਹਿਮੰਡੀ ਰਚਨਾ ਉਸ ਸੂਰਜਾਂ ਦੇ ਸੂਰਜ, ਜਿਸ ਨੂੰ ਜਾਪ ਸਾਹਿਬ ਵਿੱਚ ਨਮੋ ਸੂਰਜ ਸੂਰਜੇ ਆਖਿਆ ਜਾਂਦਾ ਹੈ, ਉਹ ਜਿਹੜਾ ਸੂਰਜਾਂ ਦਾ ਸੂਰਜ ਏ, ਸੂਰਜ ਨੂੰ ਰੋਸ਼ਨੀ ਦੇਣ ਵਾਲਾ ਜਿਹੜੀ ਵੱਡੀ ਸੱਤਾ ਏ, ਉਸ ਤੋਂ ਇਹ ਕਿਰਨਾਂ ਰੂਪ ਸਮੁੱਚੇ ਬ੍ਰਹਿਮੰਡ ਪੈਦਾ ਹੁੰਦੇ ਨੇ। ਆਪੇ ਆਪ ਹੀ ਉਹ ਸੂਰਜ ਹੈ, ਆਪ ਹੀ ਉਹ ਕਿਰਨਾਂ ਦੇ ਰੂਪ ਵਿੱਚ ਵਿਸਥਾਰ ਵਿੱਚ ਫੈਲ ਜਾਂਦਾ ਹੈ। ਸੋਈ ਗੁਪਤ ਸੋਈ ਆਕਾਰ, ਉਹ ਆਪ ਹੀ ਕਦੀ ਗੁਪਤ ਨਿਰਗੁਣ ਰੂਪ ਵਿੱਚ ਹੁੰਦਾ ਹੈ ਤੇ ਆਪ ਹੀ ਕਦੀ ਆਕਾਰ ਸਰਗੁਣ ਸਵਰੂਪ ਵਿੱਚ ਹੁੰਦਾ ਹੈ। ਸਰਗੁਣ ਨਿਰਗੁਣ ਥਾਪੇ ਨਾਉ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਕਿਹੜਾ ਨਾਂ ਰਚਿਆ? ਸਰਗੁਣ ਤੇ ਨਿਰਗੁਣ। ਕਦੀ ਉਹ ਇਸ ਆਕਾਰ ਵਿੱਚ ਹੁੰਦਾ ਹੈ ਤੇ ਕਦੀ ਉਹ ਨਿਰਾਕਾਰ ਵਿੱਚ ਹੁੰਦਾ ਹੈ। ਇਹ ਉਹਦੇ ਨਾਮ ਹਨ, ਇਹ ਉਹਨੇ ਆਪਣੇ ਆਪ ਸਾਜਨਾ ਕੀਤੀ ਏ। ਦੋ ਮਿਲ ਏਕੈ ਕੀਨੋ ਠਾਉ, ਇਹ ਦੋ ਸਵਰੂਪ ਉਸ ਮਾਲਕ ਦੇ ਨੇ ਜਿਹੜੇ ਆਖਰ ਇੱਕ ਵਿੱਚ ਹੀ ਸਮਾਏ ਰਹਿੰਦੇ ਨੇ। ਨਾ ਉਹ ਕਦੀ ਨਿਰਗੁਣ ਸਵਰੂਪ ਸਰਗੁਣ ਤੋਂ ਵੱਖਰਾ ਹੁੰਦਾ ਹੈ ਤੇ ਨਾ ਕਦੀ ਸਰਗੁਣ ਨਿਰਗੁਣ ਤੋਂ ਵੱਖਰਾ ਹੁੰਦਾ ਹੈ। ਨਿਰਗੁਣ ਹਮੇਸ਼ਾ ਰਹਿੰਦਾ ਹੈ, ਸਰਗੁਣ ਬਣਦਾ ਰਹਿੰਦਾ, ਉਹਦੇ ਵਿੱਚੋਂ ਪੈਦਾ ਹੁੰਦਾ ਰਹਿੰਦਾ ਹੈ ਤੇ ਫਿਰ ਆਖਰ ਉਹਦੇ ਵਿੱਚੇ ਹੀ ਸਮਾ ਜਾਂਦਾ ਰਹਿੰਦਾ ਹੈ। ਸੋ ਇਹ ਦੋਵੇਂ ਸਵਰੂਪ ਉਸ ਮਾਲਕ ਦੇ ਨੇ, ਜਿਨ੍ਹਾਂ ਸਵਰੂਪਾਂ ਦਾ ਤਿਸ ਭਾਵੈ ਤਾਂ ਕਰੇ ਵਿਸਥਾਰ। ਉਹਨੂੰ ਚੰਗਾ ਲੱਗਦਾ ਹੈ ਤੇ ਇਸ ਦਾ ਵਿਸਥਾਰ ਕਰ ਦਿੰਦਾ ਹੈ। ਤਿਸ ਭਾਵੈ ਤਾਂ ਏਕ ਓੰਕਾਰ, ਜੇ ਉਹਨੂੰ ਚੰਗਾ ਲੱਗੇ ਤੇ ਉਹ ਨਿਰਗੁਣ ਸਵਰੂਪ ਵਿੱਚ ਕੇਵਲ ਇੱਕ ਓੰਕਾਰ ਦੇ ਰੂਪ ਵਿੱਚ ਰਹਿ ਜਾਂਦਾ ਹੈ, ਬਾਕੀ ਸਾਰੀ ਰਚਨਾ ਉਹਦੇ ਵਿੱਚ ਲੈ ਹੋ ਜਾਂਦੀ ਹੈ। ਅਨਿਕ ਕਲਾ ਲਖੀ ਨਹਿ ਜਾਏ, ਕਲਾ ਮੈਨੇ ਸੱਤਾ ਸ਼ਕਤੀ ਤਾਕਤ ਉਸ ਮਾਲਕ ਦੀ ਹੋਂਦ ਅਨੇਕ ਭਾਂਤ ਨਾਲ ਪਸਰੀ ਹੋਈ ਏ। ਲਖੀ ਨਹਿ ਜਾਏ, ਲਖੀ ਤੋਂ ਭਾਵ ਹੈ ਸਮਝਣਾ, ਜਿਸ ਨੂੰ ਸਮਝਿਆ ਨਹੀਂ ਜਾ ਸਕਦਾ, ਜੋ ਸਮੁੱਚੇ ਤੌਰ ਤੇ ਜਾਂ ਪੂਰਨ ਤੌਰ ਤੇ ਸਾਡੀ ਸਮਝ ਵਿੱਚ ਨਹੀਂ ਆ ਸਕਦੀ। ਜੇ ਅਸੀਂ ਉਦਾਹਰਨ ਦੇ ਤੌਰ ਤੇ ਸਮਝਣਾ ਹੋਵੇ ਕਿ ਉਹ ਸਾਡੀ ਸਮਝ ਵਿੱਚ ਕਿਉਂ ਨਹੀਂ ਆ ਸਕਦਾ ਜਾਂ ਉਹਦੀ ਰਚਨਾ ਆ ਸਕਦੀ, ਤੇ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਜਿਸ ਤਰ੍ਹਾਂ ਸਾਡੇ ਛੋਟੇ ਜਿਹੇ ਵਿਹੜੇ ਵਿੱਚ ਇਹ ਪੂਰਾ ਸੂਰਜ ਨਹੀਂ ਆ ਸਕਦਾ। ਸੂਰਜ ਦੀ ਕੋਈ ਲਾਈਟ, ਸੂਰਜ ਦੀ ਕੋਈ ਕਿਰਨ ਆ ਸਕਦੀ ਏ, ਪਰ ਸਮੁੱਚਾ ਸੂਰਜ ਸਾਡੇ ਘਰ ਦੇ ਵਿਹੜੇ ਵਿੱਚ ਕਦੇ ਵੀ ਨਹੀਂ ਆ ਸਕਦਾ। ਇਸ ਤਰ੍ਹਾਂ ਉਹ ਪਰਮਾਤਮਾ ਸੂਰਜਾਂ ਦਾ ਸੂਰਜ ਏ ਤੇ ਸਾਡਾ ਹਿਰਦਾ ਇੱਕ ਛੋਟੇ ਜਿਹੇ ਵਿਹੜੇ ਦੀ ਤਰ੍ਹਾਂ, ਇੱਕ ਛੋਟੀ ਜਿਹੀ ਹਵੇਲੀ ਏ। ਇਸ ਛੋਟੇ ਜਿਹੇ ਵਿਹੜੇ ਵਿੱਚ ਉਹ ਸੂਰਜਾਂ ਦਾ ਸੂਰਜ ਪਰਮਾਤਮਾ ਕਦੇ ਵੀ ਨਹੀਂ ਆ ਸਕਦਾ, ਪਰ ਉਸ ਦਾ ਗਿਆਨ ਰੂਪੀ ਕੋਈ ਕ੍ਰਿਸ਼ਮਾ, ਗਿਆਨ ਰੂਪੀ ਕੋਈ ਕਿਰਨ ਉਹ ਇਸ ਹਿਰਦੇ ਵਿੱਚ ਆ ਸਕਦੀ ਏ। ਸੋ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਉਹ ਬੜੀ ਵੱਡੀ ਸ਼ਕਤੀ ਦਾ ਮਾਲਕ ਏ। ਜੇ ਇਸ ਤਰ੍ਹਾਂ ਆਖਦੀ ਏ ਸਰਬ ਸ਼ਕਤੀਮਾਨ ਏ ਤੇ ਬਹੁਤ ਵਧੀਆ ਹੋਏਗਾ। ਉਹ ਸਰਬ ਸ਼ਕਤੀਮਾਨ ਏ, ਉਸ ਦੀ ਸ਼ਕਤੀ ਨੂੰ ਸਮਝਿਆ ਨਹੀਂ ਜਾ ਸਕਦਾ। ਜਿਸ ਭਾਵੈ ਤਿਸ ਲੈ ਮਿਲਾਏ, ਇੱਕ ਕੰਮ ਉਹ ਕਰਦਾ ਹੈ, ਜਿਹੜਾ ਮਨੁੱਖ ਉਹਨੂੰ ਭਾ ਜਾਏ ਉਸ ਨੂੰ ਉਹ ਵਾਪਸ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਬਸ ਜਿਹੜਾ ਲੀਨ ਹੋ ਜਾਏ, ਜੇ ਅਸੀਂ ਇੱਕ ਛੋਟੀ ਜਿਹੀ ਉਦਾਹਰਨ ਤੋਂ ਸਮਝਣਾ ਹੋਵੇ, ਇੱਕ ਬੂੰਦ ਏ ਤੇ ਉਹ ਬੂੰਦ ਕਿੱਥੋਂ ਚੱਲੀ ਪਤਾ ਨਹੀਂ, ਪਰ ਉਹ ਠੋਕਰਾਂ ਖਾਂਦੀ, ਠੇਡੇ ਖਾਂਦੀ, ਸੋਹਣੇ ਚਸ਼ਮਿਆਂ ਵਿੱਚੋਂ ਹੁੰਦੀ ਤੇ ਗੰਦੀਆਂ ਨਾਲੀਆਂ ਵਿੱਚੋਂ ਹੁੰਦੀ ਹੋਈ, ਉਹ ਕਿੱਧਰ ਨੂੰ ਜਾ ਰਹੀ ਹੁੰਦੀ ਏ? ਆਪਣੇ ਅਸਲੇ ਵੱਲ। ਉਹਦਾ ਅਸਲਾ ਕੀ ਏ? ਸਾਗਰ, ਸਮੁੰਦਰ, ਉਹਦੇ ਵੱਲ ਜਾ ਰਹੀ ਹੁੰਦੀ ਏ। ਚਾਹੇ ਅਸੀਂ ਇਸ ਗੱਲ ਨੂੰ ਜਾਣੀਏ ਚਾਹੇ ਨਾ ਜਾਣੀਏ, ਉਹ ਸਹਿ ਸੁਭਾਏ ਆਪਣੇ ਅਸਲੇ ਵੱਲ ਜਾ ਰਹੀ ਏ। ਇਹ ਸਾਡੀ ਆਤਮਾ, ਅਸੀਂ ਇਸ ਗੱਲ ਨੂੰ ਸਮਝੀਏ ਜਾਂ ਨਾ ਸਮਝੀਏ,
ਇਹ ਸਹਿਜ ਸੁਭਾਏ ਆਪਣੇ ਅਸਲੇ ਵੱਲ ਇਹ ਵੀ ਜਾ ਰਹੀ ਹੈ। ਪਰ ਵੇਖਣ ਵਾਲੀ ਇੱਕ ਗੱਲ ਏ, ਬੂੰਦ ਚਾਹੇ ਉਹ ਨਾਲੀ 'ਚ ਡਿੱਗੀ ਸੀ, ਚਾਹੇ ਉਹ ਬੜੇ ਸੋਹਣੇ ਕਿਸੇ ਸੋਮੇ ਵਿੱਚ ਸੀ, ਜਾਂ ਆਪਣੇ ਅਸਲੇ ਵੱਲ ਰਹੀ ਏ, ਪਰ ਜਦੋਂ ਤੱਕ ਉਹ ਸਮੁੰਦਰ ਦੇ ਵਿੱਚ ਲੈ ਨਹੀਂ ਹੋ ਜਾਂਦੀ, ਉਦੋਂ ਤੱਕ ਉਹਦੀ ਵੱਖਰੀ ਹੋਂਦ ਬਣੀ ਰਹਿੰਦੀ ਏ। ਜਿਸ ਦਿਨ ਉਹ ਸਾਗਰ ਵਿੱਚ ਡਿੱਗ ਪੈਂਦੀ ਏ, ਬੂੰਦ ਆਪਣਾ ਆਪਾ ਮਿਟਾ ਦਿੰਦੀ ਏ, ਪਰ ਬੂੰਦ ਮਿਟੀ ਨਹੀਂ, ਸਗੋਂ ਉਹ ਸਮੁੰਦਰ ਬਣ ਗਈ ਏ। ਇਸੇ ਤਰ੍ਹਾਂ ਕੋਈ ਆਤਮਾ ਜਦੋਂ ਉਸ ਸ਼ੌਹ ਸਾਗਰ ਵਿੱਚ ਡਿੱਗ ਪੈਂਦੀ ਏ, ਲੀਨ ਹੋ ਜਾਂਦੀ ਏ, ਸਾਨੂੰ ਲੱਗਦਾ ਹੈ ਆਤਮਾ ਮਿਟ ਗਈ ਏ, ਪਰ ਆਤਮਾ ਮਿਟੀ ਨਹੀਂ, ਆਤਮਾ ਪਰਮਾਤਮਾ ਹੋ ਗਈ ਏ। ਸੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਜਿਸ ਭਾਵੈ ਤਿਸ ਲਏ ਮਿਲਾਏ। ਜਿਹੜੀ ਆਤਮਾ ਉਹਨੂੰ ਭਾ ਜਾਂਦੀ ਏ, ਤੇ ਭਾ ਕੌਣ ਜਾਂਦਾ? ਇੱਕ ਗੱਲ ਅਸੀਂ ਸਮਝ ਲੈਣੀ ਏ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਪਰਮਾਤਮਾ ਸਾਡਾ ਮਾਤਾ ਵੀ ਏ ਤੇ ਪਿਤਾ ਵੀ ਏ। ਮਾਤਾ ਪਿਤਾ ਨੂੰ ਭਾ ਕੌਣ ਜਾਂਦਾ ਹੈ? ਕਿਹੜਾ ਬੱਚਾ ਮਾਤਾ ਪਿਤਾ ਨੂੰ ਚੰਗਾ ਲੱਗ ਜਾਂਦਾ ਹੈ? ਜਿਹੜਾ ਬੱਚਾ ਮਾਤਾ ਪਿਤਾ ਦੇ ਆਖੇ ਲੱਗਣ ਵਾਲਾ ਹੋਵੇ, ਜਿਹੜਾ ਬੱਚਾ ਆਗਿਆਕਾਰੀ ਹੋਵੇ, ਬਸ ਉਹ ਮਾਤਾ ਪਿਤਾ ਨੂੰ ਚੰਗਾ ਲੱਗ ਜਾਂਦਾ ਹੈ। ਜਿਹੜੇ ਜੀ ਆਗਿਆਕਾਰੀ ਹੋਣਗੇ, ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣ ਵਾਲੇ ਹੋਣਗੇ, ਉਹ ਉਹਨੂੰ ਭਾ ਜਾਣਗੇ। ਜਿਹੜੇ ਰਜ਼ਾ ਤੋਂ ਮੁਨਕਰ ਹੋ ਜਾਣਗੇ, ਉਹਨਾਂ ਨੂੰ ਗੁਰਬਾਣੀ ਵਿੱਚ ਮਨਮੁਖ ਤੇ ਬੇਮੁਖ ਆਖਿਆ ਜਾਂਦਾ ਹੈ, ਉਹ ਭਟਕਣਾ ਵਿੱਚ ਪੈ ਜਾਣਗੇ। ਬਸ ਇੰਨਾ ਹੀ ਕਾਫੀ ਜੇ ਅਸੀਂ ਸਮਝ ਲਈਏ ਕਿ ਕਿਹੜੇ ਉਹਨੂੰ ਭਾ ਜਾਂਦੇ ਨੇ ਤੇ ਕਿਹੜੇ ਨਹੀਂ ਭਾ ਜਾਂਦੇ। ਜਿਹੜੇ ਭਾ ਜਾਂਦੇ ਨੇ, ਜਿਹੜੇ ਰਜ਼ਾ ਵਿੱਚ ਚੱਲਦੇ ਨੇ, ਉਹਨਾਂ ਨੂੰ ਆਖਰ ਆਪਣੇ ਵਿੱਚ ਵਾਪਸ ਲੀਨ ਕਰ ਲੈਂਦਾ ਹੈ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਭਰਪੂਰ। ਕਿਹਨੂੰ ਆਖੀਏ ਕਿ ਕਿਹੜੇ ਜੀ ਰੱਬ ਦੇ ਨੇੜੇ ਨੇ ਤੇ ਕਿਹਨਾਂ ਨੂੰ ਆਖੀਏ ਕਿ ਉਹ ਰੱਬ ਤੋਂ ਦੂਰ ਨੇ? ਅਸਲ ਵਿੱਚ ਇਹ ਫੈਸਲਾ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਕਰ ਹੀ ਦਿੱਤਾ ਹੋਇਆ ਹੈ। ਇਸ ਲਈ ਸਾਨੂੰ ਗੁਰਬਾਣੀ ਸਾਰਿਆਂ ਨੂੰ ਆਪ ਪੜ੍ਹਨੀ ਚਾਹੀਦੀ ਹੈ ਤੇ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੜ੍ਹਨਾ ਚਾਹੀਦਾ ਹੈ। ਕਿਸੇ ਇੱਕ ਬਾਣੀ ਤੇ ਰੁਕ ਨਹੀਂ ਜਾਣਾ ਚਾਹੀਦਾ। ਗੁਰੂ ਸਾਹਿਬ ਨੇ ਆਖਿਆ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇ ਇੱਥੇ ਕੀ ਕਹਿ ਰਹੇ ਨੇ? ਕਵਨ ਨਿਕਟ ਕਵਨ ਕਹੀਐ ਦੂਰ। ਕਿਹਨੂੰ ਨੇੜੇ ਆਖੀਏ ਤੇ ਕਿਹਨੂੰ ਦੂਰ ਆਖੀਏ, ਇੱਕ ਕੁਐਸਚਨ ਹੈ, ਪਰ ਉੱਥੇ ਆਨਸਰ ਕੀਤਾ ਹੋਇਆ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ ਕੁਝ ਲੋਕ ਵਾਹਿਗੁਰੂ ਜੀ ਦੇ ਨੇੜੇ ਨੇ, ਕੁਝ ਉਸ ਤੋਂ ਦੂਰ ਨੇ, ਪਰ ਆਪੇ ਆਪ ਭਰਪੂਰ। ਉਹ ਪਰਮਾਤਮਾ ਸਰਵ ਵਿੱਚ ਵਿਆਪਕ ਹੋ ਰਿਹਾ ਹੈ। ਅੰਤਰਗਤ ਜਿਸ ਆਪ ਜਨਾਏ। ਅੰਤਰਗਤ ਮੈਨੇ ਹੁੰਦਾ ਆਤਮਿਕ ਤੌਰ ਤੇ, ਅੰਤਰਗਤ ਜਿਸ ਆਪ ਜਨਾਏ। ਆਤਮਿਕ ਤੌਰ ਤੇ ਵਾਹਿਗੁਰੂ ਜੀ ਜਿਸ ਮਨੁੱਖ ਨੂੰ ਆਪਣਾ ਆਪਾ ਜਨਾ ਦਿੰਦੇ ਹਨ, ਨਾਨਕ ਤਿਸ ਜਨ ਆਪ ਬੁਝਾਏ। ਸਤਿਗੁਰੂ ਫਰਮਾ ਰਹੇ ਨੇ, ਉਸ ਜਨ ਨੂੰ ਆਪਣਾ ਆਪਾ ਵਾਹਿਗੁਰੂ ਜੀ ਜਨਾ ਦਿੰਦੇ ਹਨ। ਕਿਹਨੂੰ ਵਾਹਿਗੁਰੂ ਜੀ ਆਪਣਾ ਆਪਾ ਜਨਾ ਦਿੰਦੇ ਨੇ? ਗਿਆਨ ਅੰਜਨ ਗੁਰ ਦੀਆ। ਜਿਨ੍ਹਾਂ ਨੂੰ ਗੁਰੂ ਨੇ ਗਿਆਨ ਬਖਸ਼ਿਸ਼ ਕਰ ਦਿੱਤਾ, ਉਹਨਾਂ ਦਾ ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਇਹ ਹੋਇਆ ਕਿਵੇਂ? ਹਰ ਕਿਰਪਾ ਤੇ ਸੰਤ ਭੇਟਿਆ। ਵਾਹਿਗੁਰੂ ਜੀ ਦੀ ਕਿਰਪਾ ਨਾਲ ਸੰਤ ਗੁਰੂ ਮਿਲਦਾ ਹੈ। ਨਾਨਕ ਮਨ ਪ੍ਰਗਾਸ। ਜਿਹਨੂੰ ਸੰਤ ਗੁਰੂ ਮਿਲੇ, ਉਹਦੇ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ ਪੈਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਇੰਨੇ ਕੁ ਬਚਨ ਅੱਜ ਆਪ ਜੀ ਨੇ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।